ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋ ਗਏ ਜੀ। ਮੇਰੇ ਨਾਲ ਚੰਡੀਗੜ੍ਹ ਸਟੂਡੀਓ ਤੋਂ ਜੁੜ ਗਏ ਨੇ ਸੁਸ਼ੀਲ ਦਸਾਂਝ, ਜਰਨਲਿਸਟ ਨੇ ਜਾਣੇ ਪਛਾਣੇ, ਅਤੇ ਮੈਂ ਹਰਜੀਤ ਸਿੰਘ ਗਿੱਲ। ਜਿਵੇਂ ਹਰ ਰੋਜ਼ ਅਸੀਂ ਦੋਨੋਂ ਮਿਲ ਕੇ ਗੱਲਬਾਤ ਕਰਦੇ ਹਾਂ। ਪੰਜਾਬ ਦੀਆਂ ਇਲੈਕਸ਼ਨ ਦੇ ਦੌਰ 'ਚੋਂ ਨਿਕਲ ਰਿਹਾ ਹੈ ਪੰਜਾਬ, ਅਤੇ ਨਿੱਤ ਦਿਹਾੜੇ ਅਹਿਮ ਖਬਰਾਂ ਸਾਡੇ ਰੂਬਰੂ ਹੁੰਦੀਆਂ ਨੇ, ਉਹਨਾਂ ਦੇ ਉੱਤੇ ਥੋੜ੍ਹੀ ਚਰਚਾ ਕਰਨੀ ਹੈ। ਵੈਸੇ ਅੱਜ ਵੱਡੀ ਖਬਰ ਤਾਂ ਭਾਰਤ ਵਿੱਚ ਕੇਂਦਰ ਦੀ ਸਰਕਾਰ ਵੱਲੋਂ ਬਜਟ ਜਿਹੜਾ ਪੇਸ਼ ਕੀਤਾ ਗਿਆ, ਥੋੜ੍ਹਾ ਜਿਹਾ ਮੈਂ ਉਹਦੇ 'ਤੇ ਵੀ ਟਾਈਮ ਲੈਣਾ ਚਾਹਾਂਗਾ ਦਸਾਂਝ ਸਾਹਿਬ ਦਾ। ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਦਸਾਂਝ ਸਾਹਿਬ ਜੀ, ਆਇਆਂ ਨੂੰ ਜੀ, ਸਵਾਗਤ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਹਰਜੀਤ ਗਿੱਲ ਜੀ। ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਚੰਡੀਗੜ੍ਹ ਸਟੂਡੀਓ ਤੋਂ ਸਵਾਗਤ ਹੈ ਜੀ। ਜੀ ਹਰਜੀਤ ਗਿੱਲ। ਦਸਾਂਝ ਸਾਹਿਬ, ਬਜਟ ਆਇਆ ਕੇਂਦਰ ਸਰਕਾਰ ਦਾ। ਹੁੰਦਾ ਹਰ ਸਾਲ ਹੀ ਇੱਦਾਂ ਆ, ਜਦੋਂ ਬਜਟ ਆਉਂਦਾ ਆ ਤੇ ਕਿਹਾ ਇਹ ਜਾਂਦਾ ਆ ਸਰਕਾਰ ਦਾ ਪੱਖ ਕਿ ਇਹਦੇ ਵਰਗਾ ਬਜਟ ਕਦੀ ਆਇਆ ਹੀ ਨਹੀਂ, ਤੇ ਵਿਰੋਧੀ ਕਹਿੰਦੇ ਬਜਟ 'ਚ ਹੁੰਦਾ ਹੀ ਕੱਖ ਨਹੀਂ। ਤੇ ਨਿਰਮਲਾ ਸੀਤਾਰਮਨ ਜੀ ਜਿਹੜੇ ਆ, ਉਹ ਲਗਾਤਾਰ ਸਾਡੇ ਫਾਈਨੈਂਸ ਮਿਨਿਸਟਰ ਨੇ ਪਿਛਲੇ ਸਮੇਂ ਤੋਂ, ਜੇਤਲੀ ਸਾਹਿਬ ਦੇ ਜਾਣ ਤੋਂ ਬਾਅਦ, ਉਹਨਾਂ ਦੀ ਕਾਰਜਕਾਰੀ ਨੂੰ ਤੁਸੀਂ ਕਿੱਦਾਂ ਵੇਖਦੇ ਹੋ? ਤੇ ਇਹਦੇ ਬਜਟ ਦੇ ਵਿੱਚ ਤੁਹਾਨੂੰ ਕੁਛ ਨਜ਼ਰ ਆਉਂਦਾ ਮੱਧ ਵਰਗ ਤੇ ਜਿਹੜਾ ਮੁਲਾਜ਼ਮ ਵਰਗ ਹੈ, ਜਿਹੜਾ ਤਨਖਾਹਦਾਰ ਮੁਲਾਜ਼ਮ ਹੈ, ਉਹਨਾਂ ਲਈ ਕਿਹਾ ਜਾਂਦਾ ਕਿ ਕੁਝ ਵੀ ਨਹੀਂ ਆ? ਕਾਂਗਰਸ ਨੇ ਬੜਾ ਰਿਐਕਟ ਕੀਤਾ, ਸੀਤਾਰਾਮ ਜੈਸਰੀ ਹੋਰਾਂ ਦਾ ਬਿਆਨ ਆਇਆ ਆ, ਹੋਰ ਕਈ ਲੋਕਾਂ ਦੇ, ਪੀ ਚਿਦੰਬਰਮ ਦਾ ਬਿਆਨ ਆਇਆ। ਉਹ ਕਹਿੰਦੇ ਇਹੀ ਨੇ ਕਿ ਬਜਟ ਦੇ ਵਿੱਚ ਆਮ ਬੰਦੇ ਵਾਸਤੇ ਤਾਂ ਕੁਝ ਵੀ ਨਹੀਂ, ਸਾਰੇ ਦਾ ਸਾਰਾ ਕਾਰਪੋਰੇਟ ਦੇ ਵਾਸਤੇ ਬਣਿਆ ਹੋਇਆ ਬਜਟ ਹੈ। ਦੇਖੋ, ਬਜਟ ਕਿਹਾ ਗਿਆ ਕਿ ਪੇਪਰਲੈਸ ਬਜਟ ਹੈ ਜੀ, ਡਿਜੀਟਲ ਬਜਟ ਹੈ। ਤੇ ਉਹਨਾਂ ਨੇ ਬਹੁਤ ਵਾਰ ਡਿਜੀਟਲ ਲਫ਼ਜ਼ ਦੀ ਵੀ ਵਰਤੋਂ ਕੀਤੀ, ਨਿਰਮਲਾ ਸੀਤਾਰਮਨ ਜੀ ਨੇ। ਤੇ ਜਿਵੇਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਜਿਹੜੇ ਆ ਭਾਰਤ ਨੂੰ ਡਿਜੀਟਲ ਇੰਡੀਆ ਬਣਾਉਣ ਦੀ ਇੱਕ ਕੰਪੇਨ ਲਾਉਣ ਦੀ ਗੱਲ ਕਰਦੇ ਸੀ, ਇਸੇ ਤਰ੍ਹਾਂ ਦਾ ਬਜਟ ਵੀ ਲੈ ਕੇ ਆਂਦਾ ਗਿਆ। ਇਹ ਗੱਲ ਦੇਖੋ, ਵਿਰੋਧੀਆਂ ਦੀ ਗੱਲ ਤਾਂ ਆਪਣੀ ਥਾਂ ਤੇ ਹੈ। ਜਿਹੜੀਆਂ ਆਪੋਜੀਸ਼ਨ ਦੀਆਂ ਪਾਰਟੀਆਂ ਹੁੰਦੀਆਂ, ਉਹਨਾਂ ਨੇ ਤਾਂ ਚੰਗੇ ਤੋਂ ਚੰਗਾ ਬਜਟ ਵੀ ਹੋਵੇ ਤਾਂ ਵੀ ਜਿਹੜੀ ਕ੍ਰਿਟੀਸਾਈਜ਼ ਕਰਨ ਵਾਸਤੇ ਕੁਝ ਨੁਕਤੇ ਲੱਭ ਲੈਣੇ ਹੁੰਦੇ ਆ। ਪਰ ਇਹ ਚੀਜ਼ ਹੈ ਕਿ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਇਹਦੇ ਜਿਹੜਾ ਲੋਅਰ ਮਿਡਲ ਹੈ ਜਾਂ ਮਿਡਲ ਮੱਧ ਵਰਗ ਜਿਹਨੂੰ ਆਪਾਂ ਕਹਿੰਦੇ ਆ, ਤੇ ਜਾਂ ਥੱਲਿਓਂ ਲੋਅਰ ਮਿਡਲ ਦੀ ਗੱਲ ਕਰਦੇ ਆ ਆਪਾਂ, ਅਰਧ ਮੱਧ ਵਰਗ ਜਾਂ ਉਸ ਤੋਂ ਵੀ ਥੱਲੇ ਜਿਹੜੇ ਲੋਕ ਨੇ, ਉਹਨਾਂ ਵਾਸਤੇ ਕੁਝ ਵੀ ਏਦਾਂ ਨਹੀਂ ਜਿਹਦੇ ਖੁਸ਼ ਹੋ ਜਾਣ। ਉਹ ਨਿਰਾਸ਼ਾ ਹੀ ਪੱਲੇ ਪਈ ਆ ਹਰ ਮਾਮਲੇ ਦੇ ਵਿੱਚ। ਜਿਸ ਤਰੀਕੇ ਦੇ ਨਾਲ ਬਜਟ ਦੀ ਜਿਹੜੀ ਪੇਸ਼ਕਾਰੀ ਕੀਤੀ ਗਈ ਹੈ, ਉਹ ਭਾਰਤ ਦੇ ਆਮ ਨਾਗਰਿਕ ਲਈ ਉਹਦੇ ਚ ਕੁਝ ਸੱਚਮੁੱਚ ਹੀ ਹੈ ਨਹੀਂ। ਕਾਰਪੋਰੇਟਸ ਜਿਹੜੇ ਆ ਉਹਨਾਂ ਵਾਸਤੇ ਇਹਦੇ ਲਈ ਬਹੁਤ ਕੁਝ ਹੈ ਇਹਦੇ ਚ। ਤੇ ਖਾਸ ਤੌਰ ਤੇ ਜਿਹੜਾ ਪੰਜਾਬ ਦੇ ਵਿੱਚ ਇਲੈਕਸ਼ਨ ਹੈ, ਤੇ ਇਲੈਕਸ਼ਨ ਦੇ ਲਿਹਾਜ਼ ਨਾਲ ਸਾਰੇ ਆਪਣੇ ਤਰੀਕੇ ਨਾਲ ਗੱਲ ਕਰਦੇ ਆ, ਪਰ ਇਹ ਗੱਲ ਸੱਚੀ ਹੈ ਜਿਹੜੀ ਵੱਖ-ਵੱਖ ਪੋਲੀਟੀਕਲ ਪਾਰਟੀਆਂ ਪੰਜਾਬ ਦੀਆਂ ਉਹਨਾਂ ਨੇ ਜਿਹੜੀ ਕਹੀ ਹੈ ਵੀ ਕਿਸਾਨ ਯਾਨੀ ਈਵਨ ਭਾਰਤ ਦੇ ਰਾਸ਼ਟਰਪਤੀ ਨੇ ਵੀ ਜਿਹੜਾ ਇੱਕ ਭਾਸ਼ਣ ਦਿੱਤਾ ਪਹਿਲਾਂ, ਉਹਦੇ 'ਚ ਇਹੀ ਗੱਲ ਕਹੀ ਸੀ ਕਿ ਭਾਰਤ ਦਾ ਜਿਹੜਾ ਕਿਸਾਨ ਹੈ ਉਹਦੀ ਖੁਸ਼ਹਾਲੀ ਲੈ ਕੇ ਆਏਗਾ ਇਹ ਬਜਟ। ਪਰ ਇਸ ਬਜਟ ਦੇ ਵਿੱਚ ਕਿਸਾਨ ਲਈ ਵੀ ਕੁਝ ਵੀ ਨਹੀਂ ਹੈ। ਓਵਰਆਲ ਬਜਟ ਤਾਂ ਇੱਕ ਰੂਟੀਨ ਦੀ ਕਾਰਵਾਈ ਅੱਜ ਕੱਲ੍ਹ ਬਣਦਾ ਜਾ ਰਿਹਾ ਹੈ। ਤੇ ਨਿਰਮਲਾ ਸੀਤਾਰਮਨ ਹੋਣ, ਜਾਂ ਉਸ ਤੋਂ ਪਹਿਲਾਂ ਅਰੁਣ ਜੇਟਲੀ ਜੀ ਸੀ, ਜਾਂ ਉਸ ਤੋਂ ਪਹਿਲਾਂ ਪੀ ਚਿਦੰਬਰਮ ਸਨ, ਜਿਹੜੇ ਕਿ ਕਾਂਗਰਸ ਪਾਰਟੀ ਜਾਂ ਯੂਪੀਏ ਦੀ ਗਵਰਨਮੈਂਟ ਦੇ ਵਿੱਚ ਫਾਈਨਾਂਸ ਮਿਨਿਸਟਰ ਸਨ। ਕੁਝ ਵੀ ਨਹੀਂ ਹੁੰਦਾ ਏਦਾਂ ਦਾ ਜਿਹਦੇ ਤੇ ਇਹ ਕਿਹਾ ਜਾ ਸਕੇ ਵੀ ਹਾਂ ਇਹ ਭਾਰਤ ਦੇ ਆਮ ਬੰਦੇ ਦੀ ਖੁਸ਼ਹਾਲੀ ਦੇ ਵਿੱਚ ਕੁਝ ਇਹਦਾ ਹਿੱਸਾ ਜਿਹੜਾ ਰਹੇਗਾ। ਸੋ ਕੁਝ ਬਹੁਤਾ ਕੱਢਣ ਪਾਉਣ ਨੂੰ ਹੈ ਨਹੀਂ ਬਜਟ ਦੇ ਵਿੱਚ। ਮੈਂ ਕੱਲੀ ਤਾਂ ਮੇਰੇ ਸਾਹਮਣੇ ਉਹ ਚੀਜ਼ ਨਹੀਂ ਹੈ ਵੀ ਕਿੱਥੇ ਲਈ ਕਿੰਨਾ ਦਿੱਤਾ ਗਿਆ, ਪਰ ਓਵਰਆਲ ਇਸ ਬਜਟ ਦੇ ਵਿੱਚ ਤੋਂ ਬਾਅਦ ਜਿਹੜਾ ਆਮ ਬੰਦਾ ਉਹਦੇ ਪੱਲੇ ਨਿਰਾਸ਼ੇ ਪਈ। ਜੀ, ਤੁਸੀਂ ਪੀ ਚਿਦੰਬਰਮ ਹੋਰਾਂ ਦਾ ਜ਼ਿਕਰ ਕੀਤਾ ਆ। ਪੀ ਚਿਦੰਬਰਮ ਹੋਰਾਂ ਨੂੰ ਕਾਫੀ ਸੁਹਿਰਦ ਗਿਣਿਆ ਜਾਂਦਾ, ਸਿਆਸਤਦਾਨ, ਭਾਵੇਂ ਕਿ ਇੱਕ ਸਿੱਖ ਜਰਨਲਿਸਟ ਨੇ ਜੁੱਤੀ ਵੀ ਉਹਨਾਂ 'ਤੇ ਸੁੱਟੀ ਸੀਗੀ ਕਿਸੇ ਕਾਰਨ ਕਰਕੇ ਉਹਨਾਂ ਦੀ ਸ਼ਬਦਾਵਲੀ ਤੋਂ। ਪਰ ਉਹ ਵਿਅਕਤੀ ਕਹਿੰਦੇ ਆ ਕਿ ਲੈਫਟ ਤੋਂ ਆਏ ਸੀਗੇ। ਜਦੋਂ ਉਹਨਾਂ ਆਪਣਾ ਪੋਲੀਟੀਕਲ ਕੈਰੀਅਰ ਸ਼ੁਰੂ ਕੀਤਾ ਤੇ ਲੈਫਟ ਦੇ ਵਿੱਚ ਹੁੰਦੇ ਸੀ, ਕਾਫੀ ਉਹਨਾਂ ਦਾ ਸਟੱਡੀ ਵੀ ਆ, ਉਹਨਾਂ ਨੇ ਮਾਰਕਸਵਾਦ ਵੀ ਪੜ੍ਹਿਆ ਆ, ਆਮ ਲੋਕਾਂ ਦੀਆਂ ਸਮੱਸਿਆ ਤੋਂ ਵੀ ਜਾਣੂ ਸੀਗੇ।
ਪਰ ਬਾਅਦ ਵਿੱਚ ਉਹ ਕਾਂਗਰਸ ਜੁਆਇਨ ਕਰਨ ਤੋਂ ਬਾਅਦ, ਕਿਉਂਕਿ ਕਿਸੇ ਜ਼ਮਾਨੇ ਦੇ ਵਿੱਚ ਕਾਂਗਰਸ ਨੂੰ ਵੀ ਪ੍ਰੋਗਰੈਸਿਵ ਪਾਰਟੀ ਵਜੋਂ ਹੀ ਜਾਣਿਆ ਜਾਂਦਾ ਸੀ ਔਰ ਬਹੁਤ ਸਾਰੇ ਲੈਫਟ ਦੇ ਸਮਰਥਕ ਵੀ ਕਿਸੇ ਨਾ ਕਿਸੇ ਰੂਪ 'ਚ ਕਾਂਗਰਸ ਦੀ ਸਪੋਰਟ ਕਰਦੇ ਸੀਗੇ, ਜਿਹਨੂੰ ਅੱਜ ਭਾਵੇਂ ਕੋਈ ਘਾਟੇ ਵਾਲਾ ਸੌਦਾ ਕਹੇ, ਵਾਧੇ ਵਾਲਾ ਸੌਦਾ ਕਹੇ, ਪਰ ਕਿਉਂਕਿ ਪ੍ਰੋਗਰੈਸਿਵ ਪਾਰਟੀ ਵਜੋਂ ਥੋੜ੍ਹਾ ਜਿਹਾ ਇਹਦਾ ਰੂਪ ਜਿਹੜਾ ਕਦੀ ਦਿਖਦਾ ਹੁੰਦਾ ਸੀ, ਜਿਹੜਾ ਹੌਲੀ ਹੌਲੀ ਮੇਰੇ ਖਿਆਲ 70ਵਿਆਂ ਤੋਂ ਬਾਅਦ ਧੁੰਦਲਾ ਹੁੰਦਾ ਖਤਮ ਹੋ ਗਿਆ। ਤੇ ਪੀ ਚਿਦੰਬਰਮ ਵਰਗੇ ਬੰਦੇ ਜਿਹੜੇ ਇਹਨਾਂ ਚੀਜ਼ਾਂ ਨੂੰ ਸਮਝਦੇ ਵੀ ਆ, ਤੇ ਜਦੋਂ ਪਾਵਰ ਉਹਨਾਂ ਦੇ ਹੱਥ ਆਉਂਦੀ ਆ ਤੇ ਜਿਹੜੀ ਬੁਨਿਆਦ ਹੁੰਦੀ ਉਹਨਾਂ ਦੀ, ਜਿੱਥੋਂ ਉਹ ਚੱਲੇ ਹੁੰਦੇ ਆ, ਉਹਨੂੰ ਕਿਉਂ ਭੁੱਲ ਭੁਲਾ ਜਾਂਦੇ ਆ? ਦੇਖੋ, ਸਾਡੇ ਸੌਖੇ ਲਫ਼ਜ਼ਾਂ 'ਚ ਇੱਕ ਗੱਲ ਕਹੀ ਜਾਂਦੀ ਹੈ ਗਿੱਲ ਸਾਹਿਬ, ਵੀ ਜਿਹੜੇ ਕਿਤਾਬੀ ਕੀੜੇ ਹੁੰਦੇ ਆ ਨਾ, ਉਹ ਫਿਰ ਪ੍ਰੈਕਟੀਕਲ ਨਹੀਂ ਬਹੁਤੇ ਹੁੰਦੇ। ਮਾਰਕਸਵਾਦ ਨੂੰ ਪੜ੍ਹ ਲੈਣਾ ਹੋਰ ਗੱਲ ਹੈ, ਮਾਰਕਸਵਾਦ ਦੇ ਉੱਤੇ ਪ੍ਰੈਕਟੀਕਲੀ ਅਮਲ ਕਰਨਾ ਜਿਹੜਾ ਉਹ ਹੋਰ ਗੱਲ ਹੈ। ਏਦਾਂ ਜਿਹੜੇ ਬਹੁਤੇ ਐਂਟੀ ਮਾਰਕਸਿਸਟ ਹੈਗੇ ਆ ਨਾ ਜੀ, ਮਤਲਬ ਉਹ ਸਗੋਂ ਜਿਹੜੇ ਮਾਰਕਸਿਸਟ ਲੋਕ ਆ ਉਹਨਾਂ ਨਾਲੋਂ ਜ਼ਿਆਦਾ ਮਾਰਕਸਿਸਟ ਨੂੰ ਪੜ੍ਹਦੇ ਆ, ਕਿ ਉਹਨਾਂ ਨੂੰ ਪਤਾ ਵੀ ਉਹਨਾਂ ਨੇ ਉਹਦੀ ਕਾਟ ਕਿੱਥੋਂ ਲੈ ਕੇ ਆਉਣੀ। ਸੋ ਸ਼ੁਰੂਆਤੀ ਜੀਵਨ ਦੇ ਵਿੱਚ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਮੂਵਮੈਂਟ ਦੇ ਵਿੱਚ ਆਉਂਦੇ ਆ। ਆਮ ਤੌਰ ਤੇ ਇੱਕ ਮਜ਼ਾਕ ਵੀ ਬਣਾਇਆ ਜਾਂਦਾ ਵੀ ਜਿਹੜਾ 25 ਸਾਲ ਦੀ ਉਮਰ ਤੱਕ, ਮਤਲਬ ਇਹ ਇੱਕ ਮਜ਼ਾਕ ਜਿਹਾ ਬਣਾਇਆ ਗਿਆ ਵੀ 25 ਸਾਲ ਦੀ ਉਮਰ ਤੱਕ ਜਿਹੜਾ ਬੰਦਾ ਕਾਮਰੇਡ ਨਹੀਂ ਬਣਦਾ ਨਾ, ਉਹ ਬੰਦਾ ਤਾਂ ਕਹਿ ਲਓ ਵੀ ਉਹ ਬੰਦਾ ਮਤਲਬ ਉਹਦੇ ਅੰਦਰ ਕੁਝ ਹੈ ਹੀ ਨਹੀਂ, ਮਤਲਬ ਉਹਦੇ ਅੰਦਰ ਇੱਕ ਕਹਿ ਲਓ ਵੀ ਉਹ ਜਿਹੜੀ ਅੱਗ ਹੁੰਦੀ ਆ, ਨੌਜਵਾਨੀ ਵਾਲੀ ਅੱਗ ਹੁੰਦੀ ਆ, ਯਾਨੀ ਕਿ ਉਹ ਅੱਗ ਹੈ ਨਹੀਂ। ਮੋਟੇ ਸ਼ਬਦਾਂ 'ਚ ਕਹਿ ਲਓ ਕਿ ਕਿਹਾ ਜਾਂਦਾ ਕਿ ਉਹ ਬੰਦਾ ਹੀ ਨਹੀਂ, ਜੇ ਉਹਨੂੰ ਇਦਾਂ ਦੀ ਜਾਗਰਤੀ ਨਹੀਂ ਆਈ, ਚੇਤਨਾ ਨਹੀਂ ਆਈ ਤਾਂ। ਪਰ ਕਹਿੰਦੇ ਜਿਹੜਾ 40 ਸਾਲ ਬਾਅਦ ਵੀ ਕਾਮਰੇਡ ਰਵੇ, ਉਹਦੇ ਅੰਦਰ ਦਿਮਾਗ ਹੈ ਨਹੀਂ। ਤੇ ਮਤਲਬ ਇੱਕ ਚਲੰਤ ਜਿਹਾ, ਇੱਕ ਮਜ਼ਾਕ ਜਿਹਾ ਬਣਿਆ ਹੋਇਆ। ਨਹੀਂ, ਤੇ ਇੱਕ ਚਲੰਤ ਜਿਹਾ ਮਜ਼ਾਕ ਹੋਰ ਵੀ ਆ ਵਿੱਚ ਵਿਚਾਲੇ ਵਾਲਾ, ਚਲੰਤ ਜਿਹਾ ਮਜ਼ਾਕ ਹੋਰ ਵੀ ਆ ਕਿ ਜਿਹੜਾ ਬੰਦਾ ਹੋਵੇ ਕਾਮਰੇਡ ਤੇ ਮੁੜ ਕੇ ਛਾਲ ਮਾਰ ਕੇ ਕਿਸੇ ਹੋਰ ਪਾਸੇ ਚਲ ਜਾਏ, ਜਿਹਨੂੰ ਵਿਗੜਿਆ ਕਾਮਰੇਡ ਕਹਿੰਦੇ ਆ, ਕਹਿੰਦੇ ਉਹ ਬੜਾ ਖਤਰਨਾਕ ਹੋ ਜਾਂਦਾ। ਫਿਰ ਉਹਦੇ ਨਾਲੋਂ ਜ਼ਿਆਦਾ ਖਤਰਨਾਕ ਕੋਈ ਨਹੀਂ ਹੋ ਸਕਦਾ। ਤੇ ਉਹੀ ਪੀ ਚਿਦੰਬਰਮ ਵਰਗੇ ਲੋਕ ਹੀ ਆ, ਇਹ ਸਾਰੇ ਲੋਕ ਜਿਹੜੇ ਆ ਪੀ ਚਿਦੰਬਰਮ ਵਰਗੇ ਲੋਕ ਆ, ਬਹੁਤ ਸਾਰੇ ਲੋਕ ਏਦਾਂ ਦੇ ਹੈਗੇ ਆ। ਸੋ ਖੈਰ ਉਹ ਅਲਟੀਮੇਟਲੀ ਜਿਹੜਾ ਬੇਸ ਜਿਹੜੀ ਹੈਗੀ ਆ ਇਹ ਸਾਰੀ ਸਿਚੁਏਸ਼ਨ ਦੇ ਵਿੱਚ, ਜਿਹੜਾ ਬੇਸਿਕ ਗੱਲ ਜਿਹੜੀ ਆ ਉਹੀ ਹੈ ਵੀ ਤੁਹਾਡਾ ਅਮਲ ਜਿਹੜਾ ਆ ਉਹ ਜ਼ਿਆਦਾ ਇੰਪੋਰਟੈਂਟ ਹੈ। ਜੇ ਤੁਸੀਂ ਮੈਚਿਓਰ ਹੋ ਗਏ ਆ ਪੋਲੀਟੀਕਲੀ, ਕਿਸੇ ਵੀ ਵਿਚਾਰਧਾਰਾ ਨਾ ਹੋਵੋ, ਉਹਦੀ ਕੰਟੀਨਿਊਟੀ ਜਿਹੜੀ ਆ ਉਹਦੇ ਅਮਲ 'ਚ ਪਈ ਹੁੰਦੀ ਆ, ਉਹਦੀ ਪ੍ਰੈਕਟਿਸ ਦੇ ਵਿੱਚ ਪਈ ਹੁੰਦੀ ਹੈ। ਸੋ ਇਸ ਕਰਕੇ ਦੂਜੀ ਇੱਕ ਬੜਾ ਅਹਿਮ ਤੁਸੀਂ ਵੈਸੇ ਗੱਲ ਕੀਤੀ ਆ ਪੀ ਚਿਦੰਬਰਮ ਦਾ, ਤਾਂ ਵੈਸੇ ਤੁਸੀਂ ਹਵਾਲਾ ਹੀ ਦਿੱਤਾ, ਪਰ ਜਿਹੜਾ ਤੁਸੀਂ ਕਿਹਾ ਕਿ ਇੱਕ ਕਾਂਗਰਸ ਪਾਰਟੀ ਦਾ ਇੱਕ ਚਿਹਰਾ ਜਿਹੜਾ ਕਾਂਗਰਸ ਪਾਰਟੀ ਦਾ 70ਵਿਆਂ ਤੱਕ 80ਵਿਆਂ ਤੱਕ ਇੱਕ ਏਦਾਂ ਦਾ ਰਿਹਾ ਕਿ ਜਿਹੜੇ ਕੁਝ ਲੈਫਟ ਦੇ ਲੋਕ ਵੀ ਸੀ ਉਹ ਕਾਂਗਰਸ ਪਾਰਟੀ ਨੂੰ ਵੀ ਸਪੋਰਟ ਕਰ ਦਿੰਦੇ ਸੀ। ਅਸਲ 'ਚ ਇਹ ਵੀ ਬਹੁਤ ਖਤਰਨਾਕ ਗੱਲ ਹੈ। ਇਹਦੇ ਚੋਂ ਕਾਂਗਰਸ ਪਾਰਟੀ ਦਾ ਇੱਕ ਕਰੈਕਟਰ ਵੀ ਨਿਕਲ ਕੇ ਆਉਂਦਾ ਵੀ ਕਿਵੇਂ, ਇਹਦਾ ਮੈਂ ਕਹਿਣਾ ਇਹ ਚਾਹੁੰਦਾ ਅਸਲ ਦੇ ਵਿੱਚ ਵੀ ਭਾਰਤ ਦੇ ਵਿੱਚ ਜਿਹੜੀ ਲੈਫਟ ਦੀ ਜਿਹੜੀ ਮੂਵਮੈਂਟ ਹੈ ਉਹਨੂੰ ਖਤਮ ਕਰਨ ਦੇ ਵਿੱਚ ਕਾਂਗਰਸ ਪਾਰਟੀ ਦਾ ਜਿਹੜਾ ਇਹ ਕਰੈਕਟਰ ਹੈ ਉਹ ਜ਼ਿੰਮੇਵਾਰ, ਤੇ ਉਹਨੂੰ ਸਮਝਣ ਦੇ ਵਿੱਚ ਨਾਕਾਮ ਰਹਿਣ ਵਾਲੇ ਜਿਹੜੇ ਕਮਿਊਨਿਸਟਾਂ ਦੇ ਲੀਡਰ ਆ ਉਹ ਸੀਗੇ, ਜਿਹੜੇ ਇਸ ਕਰਕੇ ਚੰਗਾ ਸਮਝਦੇ ਸੀ ਵੀ ਘੱਟੋ ਘੱਟ ਸੈਕੂਲਰ ਹੈ ਜੀ ਕਾਂਗਰਸ। ਇਸ ਗੱਲ ਦਾ ਇੱਕ ਸਲੋਗਨ ਵੀ ਦਿੱਤਾ ਗਿਆ ਵੀ ਕਾਂਗਰਸ ਸੈਕੂਲਰ ਹੈ, ਇਸ ਕਰਕੇ ਬੀਜੇਪੀ ਦੇ ਮੁਕਾਬਲਤਨ ਜਿਹੜੀ ਉਹਨੂੰ ਘੱਟ ਖਤਰਨਾਕ ਸਮਝਿਆ ਗਿਆ, ਤੇ ਅਲਟੀਮੇਟਲੀ ਸੀਗੀ ਉਹ ਜ਼ਿਆਦਾ ਖਤਰਨਾਕ, ਜਿਹਨੇ ਹੌਲੀ ਹੌਲੀ ਜਜ਼ਬ ਕਰ ਲਿਆ। ਜਿੱਦਾਂ ਅਹੁਦਿਆਂ ਦੀ ਗੱਲ ਆ, ਹੁਣ ਅਸੀਂ ਗੱਲ ਕਹਿੰਦੇ ਹਾਂ ਸੰਵਿਧਾਨਕ ਅਦਾਰਿਆਂ ਦੇ ਉੱਤੇ ਜੀ, ਭਾਰਤੀ ਜਨਤਾ ਪਾਰਟੀ ਜਦੋਂ ਦੀ ਆਈ ਹੈ, ਨਰਿੰਦਰ ਮੋਦੀ ਦੀ ਸਰਕਾਰ ਖਾਸ ਤੌਰ ਤੇ, ਜਿੰਨੇ ਵੀ ਸਾਡੇ ਸੰਵਿਧਾਨਕ ਅਦਾਰੇ ਹੈ ਉੱਥੇ ਜੀ ਜਿਹੜੇ ਕੋਈ ਥੋੜੇ ਬਹੁਤ ਪ੍ਰੋ ਲੈਫਟ ਬੰਦੇ ਸੀ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ, ਤੇ ਹੁਣ ਜਿਹੜੇ ਆਪਣੇ ਕੱਟੜ ਜਿਹੜੇ ਹਮਾਇਤੀ RSS ਦੇ ਉਹ ਲਿਆਂਦੇ ਜਾ ਰਹੇ ਆ। ਉਹ ਜਿਹੜੇ ਪ੍ਰੋ ਲੈਫਟ ਸੀ ਉਹਨਾਂ ਅਦਾਰਿਆਂ ਦੇ ਵਿੱਚ ਜਿਹੜੇ ਪਹਿਲੇ ਬੈਠੇ ਸੀ ਉਹ ਕਾਂਗਰਸ ਹੀ ਲੈ ਕੇ ਆਈ ਸੀ। ਜਿਹੜੀ ਕਾਂਗਰਸ ਦੇ ਲੈਫਟ ਦੀ ਜਿਹੜੀ ਅੱਗ ਦਾ ਆਪਾਂ ਜ਼ਿਕਰ ਕਰਦੇ ਉਹ ਖਤਮ ਕਰਤੀ ਸੀ ਅਹੁਦੇ ਦੇ ਕੇ। ਠੀਕ ਆ, ਤੁਹਾਨੂੰ ਕਿਸੇ ਇੱਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਾ ਦਿੱਤਾ, ਕਿਸੇ ਹੋਰ ਸੰਵਿਧਾਨਕ ਅਦਾਰੇ ਦਾ ਚੇਅਰਮੈਨ ਲਾ ਦਿੱਤਾ, ਤੇ ਉਹ ਜਿਹੜਾ ਲੈਫਟ ਬੰਦਾ ਸੀ ਜਿਹਦੇ 'ਚ ਇੱਕ ਅੱਗ ਸੀ, ਉਹ ਅੱਗ ਉਹਦੀ ਖਤਮ ਕਰਕੇ ਉਹਨੂੰ ਇੱਕ ਸੱਤਾ ਦਾ ਹਿੱਸਾ ਬਣਾ ਕੇ ਲੈਫਟ ਦਾ ਓਵਰਆਲ ਜਿਹੜਾ ਇੱਕ ਬਣਨਾ ਚਾਹੀਦਾ ਸੀ, ਕਹਿ ਲਓ ਵੀ ਇੱਕ ਸੰਘਰਸ਼ ਦੇ ਪਿੜ 'ਚ ਉਤਰਨ ਵਾਲਾ ਮਾਹੌਲ, ਉਹਨੂੰ ਖਤਮ ਕਰਨ ਦੇ ਵਿੱਚ ਕਾਂਗਰਸ ਪਾਰਟੀ ਦੀ ਇਹ ਨੀਤੀ ਜਿਹੜੀ ਹੈ ਉਹ ਬੜੀ ਕਾਰਗਰ ਰਹੀ ਹੈ ਜੀ।
ਅੱਛਾ, ਜਿਹੜਾ ਇੱਕ ਸਵਾਲ ਮੇਰੇ ਦਿਮਾਗ 'ਚ ਆ ਰਿਹਾ, ਮੈਂ ਤੁਹਾਡੇ ਤੋਂ ਪਹਿਲਾਂ ਕਾਹਲੋਂ ਸਾਹਿਬ ਨਾਲ ਵੀ ਜ਼ਿਕਰ ਕੀਤਾ, ਦੁਹਰਾਓ ਹੋ ਜਾਊਗਾ, ਪਰ ਉਹ ਗੱਲ ਬੜੀ ਅਹਿਮ ਮੈਨੂੰ ਲੱਗਦੀ ਆ ਕਿ ਕਿਹਾ ਜਾਂਦਾ ਹੈ ਕਿ ਭਾਰਤ ਵਿੱਚ ਜਦੋਂ ਚੋਣਾਂ ਦਾ ਜ਼ਾਬਤਾ ਲੱਗ ਜਾਂਦਾ ਆ ਤੇ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਉਹਦੇ ਕੋਲ ਬਹੁਤ ਸਾਰੀਆਂ ਤਾਕਤਾਂ ਆ ਜਾਂਦੀਆਂ, ਯਾਨੀ ਕਿ ਲਗਭਗ ਜਿਹੜੀਆਂ ਸਟੇਟਾਂ ਵਿੱਚ ਇਲੈਕਸ਼ਨ ਹੋ ਰਹੀ ਆ ਉਸ ਸਟੇਟ ਦੀ ਸਾਰਾ ਪ੍ਰਬੰਧਕੀ ਢਾਂਚਾ ਇਲੈਕਸ਼ਨ ਕਮਿਸ਼ਨ ਦੇ ਹੁਕਮਾਂ ਤਹਿਤ ਹੀ ਕੰਮ ਕਰਦਾ ਆ, ਉੱਥੋਂ ਦੀ ਸਰਕਾਰ ਕੋਲ ਕੋਈ ਪਾਵਰ ਨਹੀਂ ਹੁੰਦੀ। ਪਰ ਜਦੋਂ ਭਾਰਤ ਵਰਗਾ ਵੱਡਾ ਮੁਲਕ ਆ ਜਿੱਥੇ ਹਰ ਸਾਲ ਦੇ ਵਿੱਚ 6-7 ਮਹੀਨੇ ਇਲੈਕਸ਼ਨਾਂ ਦਾ ਮਾਹੌਲ ਰਹਿੰਦਾ, ਕਦੀ ਨਾਰਥ ਵਿੱਚ 4 ਸਟੇਟਾਂ ਦੀ ਇਲੈਕਸ਼ਨ ਹੋ ਗਈ, ਕਦੀ ਸਾਊਥ 'ਚ ਹੋ ਗਈ, ਕਦੀ ਸੈਂਟਰ 'ਚ ਹੋ ਗਈ, ਤੇ ਇਸੇ ਸਮੇਂ ਦੇ ਦੌਰਾਨ ਕੇਂਦਰ ਦੀ ਸਰਕਾਰ ਆਪਣੇ ਕੰਮਕਾਰ ਜਾਰੀ ਰੱਖਦੀ ਆ। ਜਿੱਦਾਂ ਹੁਣ ਬਜਟ ਹੀ ਆਇਆ, ਕਿਸੇ ਨੇ ਸਵਾਲ ਤਾਂ ਨਹੀਂ ਉਠਾਇਆ, ਪਰ ਮੇਰੇ ਦਿਮਾਗ 'ਚ ਇੱਕ ਗੱਲ ਬਾਰ-ਬਾਰ ਆ ਰਹੀ ਆ ਕਿ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਵੀ ਤਾਂ ਪੋਲੀਟੀਕਲ ਪਾਰਟੀ ਤੋਂ ਬਣੀ ਹੋਈ ਸਰਕਾਰ ਹੁੰਦੀ ਆ, ਤੇ ਉਹਨਾਂ ਸਟੇਟਾਂ 'ਚ ਉਹ ਵੀ ਇਲੈਕਸ਼ਨ ਲੜ ਰਹੀ ਹੁੰਦੀ ਆ ਕਿਸੇ ਨਾ ਕਿਸੇ ਰੂਪ 'ਚ, ਤੇ ਉਹਨਾਂ ਕੋਲ ਇੱਕ ਐਜ ਹੁੰਦਾ ਆ ਕਿ ਉਹ ਆਪਣਾ ਪ੍ਰਭਾਵ ਕੇਂਦਰ ਦੀ ਸਰਕਾਰ ਰਾਹੀਂ ਵਰਤ ਸਕਦੇ ਆ ਜਾਂ ਪਾ ਸਕਦੇ ਆ। ਜਿੱਦਾਂ ਹੁਣ ਹੀ ਅੱਜ ਦਾ ਹੀ ਬਜਟ ਆ, ਕਿਸੇ ਨੇ ਕਿਹਾ ਤੇ ਨਹੀਂ, ਤੇ ਉਮੀਦ ਕੀਤੀ ਜਾ ਰਹੀ ਸੀ ਕਿ ਜਿੱਦਾਂ ਪੰਜਾਬ ਹੈ ਉਹਦੇ ਲਈ ਕੋਈ ਬਹੁਤ ਇਸ ਤਰ੍ਹਾਂ ਦਾ ਪੈਕੇਜ ਜਾਂ ਕੋਈ ਚੀਜ਼ ਦੇ ਸਕਦੇ ਸੀ ਜਿਹਦੇ ਨਾਲ ਬੀਜੇਪੀ ਦੀਆਂ ਕੋਈ ਨਾ ਕੋਈ ਹੋਂਦ ਜਿਹੜੀ ਆ ਉਹ ਪੰਜਾਬ 'ਚ ਲੋਕਾਂ ਨੂੰ ਦਿਖਣੀ ਸ਼ੁਰੂ ਹੁੰਦੀ। ਤੇ ਜਿੱਦਾਂ ਉਹਨਾਂ ਨੇ ਕੋਈ ਸ਼ਬਦਾਵਲੀ ਵਰਤੀ ਆ ਕਿ ਗੰਗਾ ਦੇ ਕਿਨਾਰੇ 5 ਕਿਲੋਮੀਟਰ ਦੇ ਘੇਰੇ 'ਚ ਜਿਹੜੀ ਆ ਉਹ ਜੈਵਿਕ ਖੇਤੀ ਜਿਹੜੀ ਆ ਉਹੀ ਇੱਕ ਹੋ ਸਕੇਗੀ, ਉੱਥੇ ਕੋਈ ਫਰਟੀਲਾਈਜ਼ਰ ਨਹੀਂ ਵਰਤੂਗਾ, ਕੋਈ ਹੋਰ ਕੈਮੀਕਲ ਨਹੀਂ ਵਰਤੇ ਜਾਣਗੇ। ਤੇ ਇਹ ਫਾਰਮੂਲਾ ਸਾਰੇ ਭਾਰਤ 'ਚ ਵੀ ਵੈਸੇ ਲਾਗੂ ਹੋ ਸਕਦਾ ਜੇ ਸਰਕਾਰ ਚਾਹਵੇ ਤਾਂ, ਪਰ ਜਿਹੜਾ ਗੰਗਾ ਦਾ ਨਾਂ ਵਰਤਣਾ, ਉੱਥੋਂ ਦੇ ਵੋਟਾਂ ਨੂੰ ਪ੍ਰਭਾਵਿਤ ਕਰਨਾ ਕਿਸੇ ਤਰੀਕੇ ਨਾਲ, ਜਾਂ ਫੰਡ ਰਿਲੀਜ਼ ਕਰਕੇ ਉਸ ਥਾਂ ਲਈ ਜਗ੍ਹਾ ਲਈ ਕੋਈ ਨਾ ਕੋਈ ਇਸ ਤਰ੍ਹਾਂ ਦੀ ਲੁਕਵੇਂ ਰੂਪ ਦੇ ਵਿੱਚ ਰਿਸ਼ਵਤ ਦੇਣ ਵਾਲਾ ਹੀ ਕੰਮ ਨਹੀਂ ਹੋ ਜਾਂਦਾ, ਤੇ ਕੀ ਇਲੈਕਸ਼ਨ ਕਮਿਸ਼ਨ ਨੂੰ ਫਿਰ ਇਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ? ਇਹ ਬੜਾ ਵਾਜਬ ਜਿਹਾ ਸਵਾਲ ਹੈ ਤੁਹਾਡਾ, ਤੇ ਮੈਨੂੰ ਲੱਗਦਾ ਕਿ ਇਹ ਗੱਲ ਠੀਕ ਹੈ। ਘੱਟੋ ਘੱਟ ਹੋਰ ਨਹੀਂ ਤਾਂ ਤੇ ਤੁਹਾਡੀ ਮਜਬੂਰੀ ਹੈ ਕਿ ਤੁਸੀਂ ਬਜਟ ਪੇਸ਼ ਕਰਨਾ ਹੀ ਹੈ। ਤੁਸੀਂ ਘੱਟੋ ਘੱਟ ਜਿੱਥੇ ਜਿੱਥੇ ਇਲੈਕਸ਼ਨ ਹੈ ਉਹ ਇਲਾਕੇ ਜਿਹੜਾ ਛੱਡ ਕੇ ਉਹਨਾਂ ਵਾਸਤੇ ਜਿਹੜਾ ਬਜਟ ਦੇ ਵਿੱਚ ਕੁਝ ਹੈ ਉਹਨੂੰ ਰੋਕਿਆ ਜਾ ਸਕਦਾ। ਦਿਨ ਕਿੰਨੇ ਰਹਿ ਗਏ ਆ? ਜਦੋਂ ਚੋਣਾਂ ਤੋਂ ਬਾਅਦ ਤੁਸੀਂ ਦੱਸ ਦਿਓ, ਓਪਨ ਕਰ ਦਿਓ ਵੀ ਹਾਂ ਵੀ ਯੂਪੀ ਵਾਸਤੇ ਜਾਂ ਪੰਜਾਬ ਵਾਸਤੇ ਜਾਂ ਬਾਕੀ ਉੱਤਰਾਖੰਡ ਹੈ ਵੀ ਇਹ ਇੱਥੇ ਨਾਲ ਰਿਲੇਟਡ ਬਜਟ ਦਾ ਜਿਹੜਾ ਹਿੱਸਾ ਉਹਨੂੰ ਅਸੀਂ ਜਿਹੜਾ ਓਪਨ ਨਹੀਂ ਕਰ ਰਹੇ। ਪਰ ਉਹ ਗੱਲ ਠੀਕ ਹੈ ਤੁਹਾਡੀ, ਪਰ ਜਿੱਦਾਂ ਹੁਣ ਬਹੁਤ ਸਾਰੀਆਂ ਕਹਿ ਲਓ ਵੀ ਪਾਬੰਦੀਆਂ ਵੀ ਹੈਗੀਆਂ, ਤੇ ਉਹਦੇ ਬਾਵਜੂਦ ਵੀ ਉਹ ਸਾਰਾ ਕੁਝ ਇੱਥੇ ਹੁੰਦਾ ਹੈ। ਤੇ ਚੋਣ ਕਮਿਸ਼ਨ ਕਹਿਣ ਨੂੰ ਭਾਵੇਂ ਇਹ ਹੈ ਕਿ ਸਾਰਾ ਕੁਝ ਉਹਨਾਂ ਦੇ ਅੰਡਰ ਹੁੰਦਾ ਹੈ, ਤੇ ਜਿਹੜੀਆਂ ਸੈਂਟਰਲ ਫੋਰਸਿਸ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਵੱਖ-ਵੱਖ ਸੂਬਿਆਂ ਦੇ ਵਿੱਚ ਜਿੱਥੇ ਚੋਣਾਂ ਆ ਉੱਥੇ ਉਹ ਲਾਗੂ ਕਰਦੀਆਂ, ਪਰ ਉਹ ਦਿਖਾਈ ਨਹੀਂ ਦਿੰਦਾ ਕਿਤੇ ਵੀ। ਮਤਲਬ ਪ੍ਰੈਕਟੀਕਲੀ ਯਾਨੀ ਹੁਣ ਵੀ ਮੈਂ ਪੰਜਾਬ ਦੇ ਵਿੱਚ ਵੀ ਦੇਖਦਾ, ਮਤਲਬ ਭਾਰਤੀ ਚੋਣ ਕਮਿਸ਼ਨ ਨੇ ਜਿਹੜੀਆਂ ਪਾਬੰਦੀਆਂ ਜਾਰੀ ਕੀਤੀਆਂ ਹੋਈਆਂ ਤੇ ਉਹਨਾਂ ਦੀ ਵਾਇਲੇਸ਼ਨ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਇੱਥੇ ਹੁੰਦੀ ਹੈ, ਉਹਨੂੰ ਕੋਈ ਰੋਕਣ ਵਾਲਾ ਨਹੀਂ ਹੈ। ਮਤਲਬ ਸਿੱਧੀ ਫੋਰਸ ਨਹੀਂ ਹੈ ਅਸਲ ਦੇ ਵਿੱਚ। ਭਾਰਤੀ ਚੋਣ ਕਮਿਸ਼ਨ ਦੇ ਕੋਲ ਅਧਿਕਾਰ ਤਾਂ ਭਾਵੇਂ ਦਿੱਤੇ ਗਏ ਆ, ਪਰ ਉਹਨਾਂ ਅਧਿਕਾਰਾਂ ਨੂੰ ਅਮਲੀ ਰੂਪ 'ਚ ਲਾਗੂ ਕਰਨ ਵਾਸਤੇ ਉਹਦੇ ਕੋਲ ਕੋਈ ਢਾਂਚਾ ਨਹੀਂ ਹੈ, ਸਟਰਕਚਰ ਨਹੀਂ ਹੈ। ਤੇ ਦੂਜੀ ਗੱਲ ਹੈ ਕਿ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਸੰਵਿਧਾਨਕ ਅਦਾਰਿਆਂ ਨੂੰ ਇਸ ਤਰ੍ਹਾਂ ਦੇ ਜਿਹੜੀ ਖੁਦਮੁਖਤਿਆਰ ਅਦਾਰੇ ਵੀ ਹੈ ਉਹਨਾਂ ਨੂੰ ਵੀ ਮਿਸਯੂਜ਼ ਕਰਨ ਦੀ ਇੱਕ ਪਰੰਪਰਾ ਸ਼ੁਰੂ ਹੋ ਚੁੱਕੀ ਹੈ, ਜਿਹੜੀ ਦਿਖਾਈ ਦਿੰਦੀ ਹੈ। ਇਸ ਕਰਕੇ ਚਾਹੇ ਉਹ ਬਜਟ ਦੇ ਵਿੱਚ ਅਨਾਉਂਸਮੈਂਟਸ ਹੋਣ, ਚਾਹੇ ਕੁਝ ਹੋਰ ਏਦਾਂ ਦਾ ਹੋ ਰਿਹਾ ਹੋਵੇ, ਉਹਦੇ ਤੇ ਕੋਈ ਰਿਐਕਸ਼ਨ ਜਿਹੜਾ ਆ ਉਹ ਨਹੀਂ ਆਇਆ। ਜੀ ਦਸਾਂਝ ਸਾਹਿਬ, ਇੱਕ ਪਾਸੇ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਨੇ, ਸੰਯੁਕਤ ਕਿਸਾਨ ਮੋਰਚੇ ਦੇ ਲਗਭਗ ਜਿਹੜੀ ਤਾਲਮੇਲ ਕਮੇਟੀ ਬਣੀ ਉਹਦੇ ਸਾਰੇ ਹੀ ਆਗੂ ਜਿਹੜੇ ਆ, ਜਿਸ 'ਚ ਕੱਕਾ ਜੀ ਵੀ ਨੇ, ਦਰਸ਼ਨਪਾਲ ਧੀਰੀ ਨੇ, ਜਾਂ ਕੁਝ ਹੋਰ ਵੱਡੇ ਲੀਡਰਾਂ ਦੇ ਨਾਂ ਆ ਰਹੇ ਨੇ, ਉਹਨਾਂ ਦਾ ਇੱਕ ਬਿਆਨ ਆ ਰਿਹਾ ਹੈ ਕਿ ਬਜਟ ਦੇ ਵਿੱਚ ਖੇਤੀ ਦੇ ਵਾਸਤੇ ਤੇ ਕੋਈ ਚੀਜ਼ ਹੈ ਹੀ ਨਹੀਂ, ਸਗੋਂ ਉਲਟਾ ਹੈ ਕਿ ਜਿਹੜਾ ਬਜਟ ਦੀ ਅਲਾਟਮੈਂਟ ਸੀ 4.8 ਤੋਂ 4.5 ਤੋਂ ਘਟਾ ਕੇ 3.8% ਕਰ ਦਿੱਤੀ ਆ, ਯਾਨੀ ਕਿ ਉੱਤੇ ਕੱਟ ਲਾ ਦਿੱਤਾ ਆ। ਤੇ ਇੱਕ ਕਿਸਮ ਦੀ ਇਹ ਕਿਸਾਨਾਂ ਦਾ ਜਿਹੜਾ 1 ਸਾਲ 1.5 ਸਾਲ ਚੱਲਿਆ ਮੋਰਚਾ ਆ, ਉਹਦੇ ਲਈ ਇੱਕ ਬਦਲਾ ਲਊ ਭਾਵਨਾ ਨਾਲ ਕੀਤਾ ਜਾ ਰਿਹਾ ਕੰਮ ਹੈ। ਤੇ ਕਿਸਾਨਾਂ ਨੂੰ ਉਹਨਾਂ ਨੇ ਸੱਦਾ ਦਿੱਤਾ ਕਿ ਅਗਲੇ ਸੰਘਰਸ਼ ਲਈ ਕਮਰ ਕੱਸੇ ਕਰ ਲਓ,
ਬੜੀ ਜਲਦੀ ਸ਼ਾਇਦ ਸਾਨੂੰ ਨਵੇਂ ਸਿਰਿਓਂ ਸੰਘਰਸ਼ ਵਿੱਢਣਾ ਪਏ। ਦੂਜੇ ਪਾਸੇ ਸਰਕਾਰ ਕਹਿ ਰਹੀ ਆ ਕਿ ਜਿਹੜਾ ਅਸੀਂ ਖੇਤੀ ਆ ਉਹਦੀ ਖੇਤੀ ਮਤਲਬ ਕਿਸਾਨ ਦੀ ਆਮਦਨ ਵਧਾਉਣ ਲਈ ਪੀਪੀਪੀ ਮੋਡ ਵਿੱਚ ਇੱਕ ਸਕੀਮ ਸ਼ੁਰੂ ਕਰ ਰਹੇ। ਮੈਨੂੰ ਨਹੀਂ ਪਤਾ ਪੀਪੀਪੀ ਮੋਡ ਕੀ ਹੁੰਦਾ, ਜੇ ਤੁਹਾਨੂੰ ਪਤਾ ਥੋੜ੍ਹਾ ਸਾਨੂੰ ਐਕਸਪਲੇਨ ਕਰ ਦਿਓ। ਅਤੇ ਦੂਜਾ ਉਹਨਾਂ ਨੇ ਇਹ ਕਿਹਾ ਆ, ਉਹ ਵੀ ਮੇਰੀ ਸਮਝ 'ਚ ਨਹੀਂ ਆਈ ਕਲੌਜ਼। ਉਹ ਇਹ ਆਈ ਆ ਕਿ ਜ਼ਮੀਨ ਵਾਸਤੇ, ਮੈਨੂੰ ਨਹੀਂ ਪਤਾ ਜ਼ਮੀਨ ਦੀ ਖਰੀਦਦਾਰੀ ਵਾਸਤੇ, ਵੇਚਣ ਵਾਸਤੇ ਜਾਂ ਕੀ ਕਰਨ ਵਾਸਤੇ ਲਿਖਿਆ ਹੈ, ਜ਼ਮੀਨ ਲਈ ਵਨ ਨੇਸ਼ਨ ਵਨ ਰਜਿਸਟ੍ਰੇਸ਼ਨ ਹੋਵੇਗੀ। ਇਹਦਾ ਕੀ ਮਤਲਬ ਸਮਝਿਆ ਜਾਵੇ ਕਿ ਵਨ ਨੇਸ਼ਨ ਹੈ ਤੇ ਫਿਰ ਸਾਰੀਆਂ ਸਟੇਟਾਂ 'ਚ ਬਰਾਬਰ ਇਖਤਿਆਰ ਹੋਣਗੇ। ਅਸੀਂ ਹਿਮਾਚਲ 'ਚ ਜਾ ਕੇ ਵੀ ਜ਼ਮੀਨ ਖਰੀਦ ਲਾਂਗੇ, ਰਾਜਸਥਾਨ 'ਚ ਵੀ ਖਰੀਦ ਲਾਂਗੇ, ਅਤੇ ਬਾਕੀ ਲੋਕ ਆ ਕੇ ਪੰਜਾਬ 'ਚ ਵੀ ਖਰੀਦ ਲੈਣਗੇ, ਜੰਮੂ ਕਸ਼ਮੀਰ 'ਚ ਖਰੀਦ ਲੈਣਗੇ। ਵਨ ਨੇਸ਼ਨ ਵਨ ਰਜਿਸਟ੍ਰੇਸ਼ਨ ਜ਼ਮੀਨ ਲਈ, ਇਹਦੇ ਕੀ ਮਤਲਬ ਹੋਇਆ ਅਤੇ ਪੀਪੀਪੀ ਮੋਡ ਕੀ ਹੁੰਦਾ ਆ? ਮਤਲਬ ਪੀਪੀਪੀ ਮੋਡ ਤਾਂ ਸ਼ਾਇਦ ਪਬਲਿਕ ਪ੍ਰਾਈਵੇਟ ਜਿਹੜੀ ਭਾਈਵਾਲੀ ਵਾਲਾ ਕੋਈ ਜਿਹੜਾ ਇਸ ਤਰ੍ਹਾਂ ਦਾ ਸਿਸਟਮ, ਸ਼ਾਇਦ ਉਹ ਜਿਹੜਾ ਤਿੰਨ ਖੇਤੀ ਕਾਨੂੰਨਾਂ ਦੇ ਵਿੱਚ ਵੀ ਸੀ, ਉਦੋਂ ਇੱਕ ਵੱਖਰੇ ਰੂਪ ਦੇ ਵਿੱਚ ਸ਼ਾਇਦ ਇਸ ਤਰੀਕੇ ਦੇ ਨਾਲ ਲਿਆਉਣ ਦੀ ਕੋਸ਼ਿਸ਼ ਹੋ ਸਕਦੀ ਹੈ, ਕਿਉਂਕਿ ਆਪਾਂ ਇਹ ਸਮਝਦੇ ਹਾਂ ਵੀ ਤਿੰਨ ਖੇਤੀ ਕਾਨੂੰਨ ਰੱਦ ਜਿਹੜੇ ਹੋਏ ਆ। ਇਹਦਾ ਮਤਲਬ 3P ਦਾ ਮਤਲਬ ਹੋਇਆ ਪਬਲਿਕ ਪ੍ਰਾਈਵੇਟ ਪਾਰਟੀਸਪੇਸ਼ਨ। ਯੈਸ, ਇਹਦਾ ਮਤਲਬ ਇਹੀ ਹੋਏਗਾ। ਅੱਛਾ ਜੀ। ਤੇ ਕਿਉਂਕਿ ਇਹਦਾ ਡਿਟੇਲਸ ਤਾਂ ਚਲੋ ਆਪਾਂ ਹਜੇ ਪੜ੍ਹੀਆਂ ਨਹੀਂ ਮੈਂ, ਕਿਉਂਕਿ ਰਾਤੀ ਲੇਟ ਜਿੰਨੀ ਕੁ ਖਬਰ ਸੀਗੀ ਉਸ ਖਬਰ ਦੇ ਤੌਰ ਤੇ ਦੇਖਿਆ। ਜੇ ਡਿਟੇਲਸ ਜਦੋਂ ਦੇਖਾਂਗੇ, ਪਬਲਿਕ ਪ੍ਰਾਈਵੇਟ ਪਾਰਟੀਸਪੇਸ਼ਨ ਹੀ ਇਹਦਾ ਮਤਲਬ ਹੈ। ਮਤਲਬ ਤਿੰਨ ਖੇਤੀ ਕਾਨੂੰਨਾਂ ਦੇ ਵਿੱਚੋਂ ਜਿੱਦਾਂ ਪ੍ਰਾਈਵੇਟ ਸਾਰਾ ਕੁਝ ਕਰਨ ਦੀ ਜਿਹੜੀ ਤਿਆਰ ਸੀ, ਜ਼ਮੀਨਾਂ ਖੋਹਣ ਦੀ ਤਿਆਰੀ ਸੀ, ਉਹਦਾ ਹੀ ਇੱਕ ਬਦਲਿਆ ਰੂਪ ਇਹਨੂੰ ਤੁਸੀਂ ਦੇਖ ਸਕਦੇ ਹੋ। ਤੇ ਇਸ ਕਰਕੇ ਮੁਸ਼ਕਲ ਤਾਂ ਰਹੇਗੀ। ਵਨ ਨੇਸ਼ਨ ਵਨ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਤਾਂ ਤੁਸੀਂ ਹੋ ਨਹੀਂ ਸਕਦਾ। ਇੱਥੇ ਤਾਂ ਜੀਐਸਟੀ ਜਿਹੜੀ ਹੈ, ਮਤਲਬ ਜੀਐਸਟੀ ਵੀ ਸਾਰੇ ਦੇਸ਼ 'ਚ ਜਿਹੜੀ ਆ ਸਾਰੇ ਪਾਸੇ ਉਸ ਢੰਗ ਨਾਲ ਲਾਗੂ ਨਹੀਂ ਕੀਤੀ ਗਈ। ਉਹਦੇ ਚੋਂ ਬਾਹਰ ਨੇ ਕੁਝ ਚੀਜ਼ਾਂ, ਉਹਦੇ ਚੋਂ ਜੀਐਸਟੀ ਦੇ ਵਿੱਚੋਂ ਪੈਟਰੋਲ ਤੇ ਡੀਜ਼ਲ ਬਾਹਰ ਹੈ, ਸ਼ਰਾਬ ਬਾਹਰ ਹੈ। ਤੇ ਵਨ ਨੇਸ਼ਨ ਵਨ ਰਜਿਸਟ੍ਰੇਸ਼ਨ ਕਿਵੇਂ ਪੋਸੀਬਲ ਹੈ? ਜਿਹੜੇ ਸਪੈਸ਼ਲ ਜਿਹੜੀਆਂ ਕੁਝ ਸਟੇਟਸ ਤੁਸੀਂ ਕੁਝ ਇਲਾਕਿਆਂ ਨੂੰ ਦਿੱਤੇ ਹੋਏ ਆ ਜਾਂ ਕੁਝ ਸੂਬਿਆਂ ਨੂੰ ਦਿੱਤੇ ਹੋਏ ਆ, ਤੇ ਇਹ ਤਾਂ ਪੋਸੀਬਲ ਹੀ ਨਹੀਂ ਹੈ। ਸੋ ਹੋ ਸਕਦਾ ਸ਼ਬਦਾਂ ਦਾ ਇੱਕ ਮਾਇਆ ਜਾਲ ਜਿਹੜਾ ਆ ਉਹ ਕਿਤੇ ਨਾ ਕਿਤੇ ਏਦਾਂ ਦਾ ਲਿਆਂਦਾ ਗਿਆ ਹੋਵੇ। ਤੇ ਇਹ ਤਾਂ ਇਹ ਸਾਰੇ ਮੁਲਕ ਨੂੰ ਕਹਿ ਲਓ ਵੀ ਇੱਕ ਮੁਲਕ ਇੱਕ ਭਾਸ਼ਾ ਵੀ, ਉਹਦਾ ਕਨਸੈਪਟ ਵੀ ਇਹਨਾਂ ਦੇ ਕੋਲ ਹੈਗਾ, ਪਰ ਇਹ ਪੋਸੀਬਲ ਨਹੀਂ ਹੈ। ਭਾਰਤ ਦੇ ਵਿੱਚ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਸੀਂ ਫੈਲਾ ਦਿੰਦੇ ਹੋ, ਪਰ ਉਹਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਉਹਦੇ 'ਚ ਬਹੁਤ ਸਾਰੀਆਂ ਹਰਡਲਸ ਹੁੰਦੀਆਂ। ਭਾਰਤ ਦੇ ਵਿੱਚ, ਭਾਰਤ ਵਰਗੇ ਜਿਹੜੇ ਮਲਟੀਕਲਚਰਡ ਮੁਲਕ ਦੇ ਵਿੱਚ ਜਦੋਂ ਇੱਕ ਭਾਸ਼ਾ ਇੱਕ ਮੁਲਕ ਇੱਕ ਭਾਸ਼ਾ ਦਾ ਕਨਸੈਪਟ ਨਹੀਂ ਹੋ ਸਕਦਾ, ਏਦਾਂ ਹੀ ਇੱਕ ਨੇਸ਼ਨ ਇੱਕ ਰਜਿਸਟ੍ਰੇਸ਼ਨ ਵਾਲਾ ਕਨਸੈਪਟ ਵੀ ਜਿਹੜਾ ਆ ਮੈਨੂੰ ਨਹੀਂ ਲੱਗਦਾ ਉਹ ਪੋਸੀਬਲ ਹੋ ਸਕਦਾ। ਬਾਕੀ ਦੇਖਦੇ ਆ ਜੀ, ਡਿਟੇਲਸ ਪੜਾਂਗੇ ਤਾਂ ਸ਼ਾਇਦ ਕੁਝ ਚੀਜ਼ਾਂ ਸਮਝ ਆਉਣਗੀਆਂ। ਜੀ ਬਿਲਕੁਲ, ਇਹ ਡਿਟੇਲ ਜ਼ਰੂਰ ਆਪਾਂ ਚੈੱਕ ਕਰਾਂਗੇ ਕਿ ਇਹਦਾ ਮਤਲਬ ਰਜਿਸਟ੍ਰੇਸ਼ਨ ਦਾ ਮਤਲਬ ਕੀ ਆ, ਕਿ ਜਦੋਂ ਖਰੀਦ ਫਰੋਖਤ ਕਰਦੇ ਆ ਰਜਿਸਟਰੀ ਕਰਾਉਣ ਦਾ ਇਕਸਾਰ ਨਿਯਮ ਹੋਣਗੇ, ਜਾਂ ਇਹਦਾ ਕੋਈ ਮਤਲਬ ਹੋਰ ਲਿਆ ਜਾਵੇ ਕਿ ਇੱਕ ਨੇਸ਼ਨ ਇੱਕ ਰਜਿਸਟ੍ਰੇਸ਼ਨ। ਕਿਉਂਕਿ ਵੱਖ-ਵੱਖ ਸਟੇਟਾਂ 'ਚ ਵੱਖ-ਵੱਖ ਲਾ ਨੇ, ਖਾਸ ਕਰਕੇ ਐਗਰੀਕਲਚਰ ਲੈਂਡ ਦੀ ਜਿਹੜੇ ਆ ਉਹ ਲਾ ਡਿਫਰੈਂਟ ਨੇ। ਆਪਾਂ ਪਲਾਟ ਘਰ ਬਣਾਉਣ ਲਈ ਤੇ ਲੈ ਸਕਦੇ ਹਾਂ, ਕੋਈ ਇੰਡਸਟਰੀ ਲਾ ਸਕਦੇ ਹਾਂ, ਕੋਈ ਪੈਟਰੋਲ ਪੰਪ ਲਾ ਸਕਦੇ ਹਾਂ, ਕੋਈ ਹੋਰ ਕੰਮ ਕਰ ਸਕਦੇ ਹਾਂ, ਪਰ ਜੇ ਖੇਤੀ ਵਾਲੀ ਜ਼ਮੀਨ ਲੈਣੀ ਹੋਵੇ ਤੇ ਉੱਤੇ ਕਾਫੀ ਸਾਰੀਆਂ ਪਾਬੰਦੀਆਂ ਨੇ। ਮਿਸਾਲ ਦੇ ਤੌਰ ਤੇ ਕੋਈ NRI ਐਗਰੀਕਲਚਰ ਲੈਂਡ ਨਹੀਂ ਖਰੀਦ ਸਕਦਾ, ਘਰ ਬਣਾ ਸਕਦਾ ਆ, ਕਿਤੇ ਬਿਜ਼ਨਸ 'ਚ ਇਨਵੈਸਟ ਕਰ ਸਕਦਾ ਆ, ਪਰ ਐਗਰੀਕਲਚਰ ਲੈਂਡ ਉਹ ਜਿਹੜੇ ਪਾਸਪੋਰਟ ਉਹਦੇ ਕੋਲ ਇੰਡੀਅਨ ਨਹੀਂ ਹੈ ਤਾਂ ਉਹ ਨਹੀਂ ਖਰੀਦ ਸਕਦਾ। ਸੋ ਮੈਂ ਇਹਦੀ ਥੋੜ੍ਹੀ ਜਿਹੀ ਕਲੈਰੀਫਿਕੇਸ਼ਨ ਚਾਹੂੰਗਾ, ਜੇ ਤੁਸੀਂ ਕੱਲ੍ਹ ਨੂੰ ਵੇਖ ਲਓ ਤਾਂ ਆਪਾਂ ਇੱਥੇ ਜ਼ਰੂਰ ਗੱਲ ਕਰਾਂਗੇ। ਬਿਲਕੁਲ, ਇਹ ਥੋੜ੍ਹੀਆਂ ਡਿਟੇਲਸ ਅਸੀਂ ਲੈ ਕੇ ਜ਼ਰੂਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਾਂਗੇ ਕਿ ਅਸਲ ਦੇ ਵਿੱਚ ਬਹੁਤ ਸਾਰੇ, ਮੈਂ ਲਫ਼ਜ਼ਾਂ ਬਾਰੇ ਵੀ ਕਈ ਵਾਰੀ ਦੇਖਦਾ ਹੁੰਦਾ ਕਿ ਕੁਝ ਲਫ਼ਜ਼ ਏਦਾਂ ਦੇ ਵਰਤੇ ਜਾਂਦੇ ਆ, ਜਦੋਂ ਤੁਸੀਂ ਅਖਬਾਰਾਂ 'ਚ ਵੀ ਪੜ੍ਹੋ, ਮੀਡੀਆ 'ਚ ਵੀ ਆਉਂਦੇ ਆ, ਆਮ ਬੰਦੇ ਨੂੰ ਤਾਂ ਸਮਝ ਨਹੀਂ ਆਉਂਦੇ ਵੀ ਹੈ ਕੀ ਇਹ। ਮਤਲਬ ਉਹਨੂੰ ਸਮਝਣ ਵਾਸਤੇ ਉਹਦੀ ਵਿਆਖਿਆ ਕਰਨੀ ਵੀ ਬੜੀ ਜ਼ਰੂਰੀ। ਸੋ ਦੇਖਾਂਗੇ ਕੱਲ ਆਪਾਂ ਇਹਦੇ ਤੇ ਜ਼ਰੂਰ ਗੱਲ ਕਰਾਂਗੇ ਵੀ ਅਸਲ ਦੇ ਵਿੱਚ ਉਹਨਾਂ ਦਾ ਮੰਤਵ ਕੀ ਹੈ ਤੇ ਉਹਨਾਂ ਦੇ ਲਫ਼ਜ਼ਾਂ ਦੇ ਪਿੱਛੇ ਲੁਕਿਆ ਹੋਇਆ ਸੱਚ ਕੀ ਹੈ। ਦਸਾਂਝ ਸਾਹਿਬ, ਇੱਕ ਛੋਟਾ ਜਿਹਾ ਆਪਾਂ ਬ੍ਰੇਕ ਲੈਂਦੇ ਹਾਂ, ਸਿਰਫ 1-ਅੱਧੇ ਮਿੰਟ ਦਾ, ਤੇ ਉਸ ਤੋਂ ਬਾਅਦ ਫੌਰਨ ਫੇਰ ਆਪਾਂ ਜਿਹੜੀਆਂ ਪੰਜਾਬ ਦੀਆਂ ਖਬਰਾਂ ਉਹ ਤੁਹਾਡੇ ਨਾਲ ਦਰਸ਼ਕਾਂ ਨਾਲ ਕਰਾਂਗੇ ਸਾਂਝੀਆਂ। ਇੱਕ ਛੋਟਾ ਜਿਹਾ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫੌਰਨ ਵਾਪਸ ਆ ਰਹੇ ਸੀ। ਜੀ।